ਕੈਨੇਡੀਅਨ ਦੁਆਬਾ ਟਾਈਮਜ਼ ਤੋਂ ਆਪ ਸਭ ਦਾ ਸਵਾਗਤ ਹੈ ਜੀ। ਮੇਰੇ ਨਾਲ ਅਦੇਸ਼ਪਰਿੰਦਰ ਸਿੰਘ ਨਾਲ ਇਸ ਟਾਈਮ ਤੇ ਮੌਜੂਦ ਨੇ ਪੰਜਾਬ ਬਸਪਾ ਸੂਬਾ ਦੇ ਯੂਥ ਪ੍ਰਧਾਨ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਾਮੀ ਹਸਤੀ ਪੁਰਸ਼ੋਤਮ ਅਹੀਰ ਜੀ, ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਸਵਾਗਤ ਹੈ ਜੀ ਤੁਹਾਡਾ। ਪੁਰਸ਼ੋਤਮ ਅਹੀਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਵਿੱਚ ਇੱਕ ਨਾਮੀ ਹਸਤੀ ਹੈ। ਗਰਾਊਂਡ ਸਤਰ ਤੋਂ ਉੱਠ ਕੇ ਉਹਨੇ ਬੜੀ ਮਿਹਨਤ ਕੀਤੀ ਔਰ ਬਸਪਾ ਨੂੰ ਉਹਨਾਂ ਨੇ ਪੈਰਾਂ ਉੱਤੇ ਲੈ ਆਂਦਾ। ਅਸੀਂ ਹੁਣ ਅੱਜ ਉਹਨਾਂ ਕੋਲ ਜਾਣਨ ਲਈ ਇਸ ਪੁੱਜੇ ਹਾਂ ਕਿ ਇਹੋ ਜਿਹੀਆਂ ਪੁਰਸ਼ੋਤਮ ਜੀ ਉਹ ਕਿਹੜੀ ਗੱਲ ਸੀ ਜਾਂ ਵਜ੍ਹਾ ਸੀ ਜਿਸ ਕਰਕੇ ਤੁਸੀਂ ਬਸਪਾ ਵਰਗੀ ਪਾਰਟੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂ ਦੂਰੀ ਬਣਾ ਲਈ। ਪਹਿਲਾਂ ਤਾਂ ਧੰਨਵਾਦ ਤੁਹਾਡਾ ਦੁਆਬਾ ਕੈਨੇਡੀਅਨ ਦਾ। ਆਦੇਸ਼ ਜੀ ਬਹੁਤ ਵਧੀਆ, ਤੁਸੀਂ ਜਿਹੜੀ ਆ ਸੱਚੀ ਤੇ ਜਿਹੜੀ ਸਹੀ ਗੱਲ ਆ ਉਹ ਪਬਲਿਕ ਦੇ ਮੂਹਰੇ ਲੈ ਕੇ ਜਾਂਦੇ ਆ। ਤੇ ਅੱਜ ਤੁਸੀਂ ਜਿਹੜਾ ਸਵਾਲ ਜਿਹੜਾ ਰੱਖਿਆ ਮੈਂ ਉਹਦਾ ਕਲੀਅਰ ਕਰਦਾ ਵੀ ਮੈਂ ਬਸਪਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ। ਹਾਲਾਤ ਇੱਦਾਂ ਦੇ ਬਣ ਗਏ, ਮਾਹੌਲ ਇੱਦਾਂ ਦਾ ਬਣ ਗਿਆ ਵੀ ਸਾਡੇ ਕੋਲੋਂ ਨੁਕਸਾਨ ਹੁੰਦਾ ਦੇਖ ਨਹੀਂ ਹੋਇਆ, ਕਿਉਂਕਿ ਬਹੁਜਨ ਸਮਾਜ ਪਾਰਟੀ ਸਾਡੇ ਰਹਿਬਰਾਂ ਦਾ ਡਾਕਟਰ BR ਅੰਬੇਦਕਰ ਜੀ ਸਾਹਿਬ ਕਾਂਚੀ ਰਾਮ ਜੀ ਦਾ ਮੂਵਮੈਂਟ ਅੰਦੋਲਨ, ਸਾਡੇ ਬਜ਼ੁਰਗ ਸਾਹਿਬਾਨ ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਇਹਨੂੰ ਸਿੰਜਿਆ, ਤੇ ਜੇ ਕਿਤੇ ਗੱਲ ਕਰ ਲਓ ਕਹਿੰਦੇ ਸਾਡਾ ਤਾਂ ਲਹੂ ਵੀ ਨੀਲਾ। ਇੱਦਾਂ ਦੇ ਬਜ਼ੁਰਗ ਸਾਹਿਬਾਨ ਜਿਨ੍ਹਾਂ ਨੇ ਮਾਹੌਲ ਇੱਥੇ ਤੱਕ ਲੈ ਆਂਦਾ ਵੀ ਅੱਜ ਅਸੀਂ ਸਰਕਾਰਾਂ ਬਣਾਉਣ ਦੀ ਤਗਾਰ 'ਤੇ ਅਸੀਂ ਖੜ੍ਹੇ ਹੋਏ। ਮੈਂ ਵੀ ਜੀਨ ਜਾਨ ਦੇ ਨਾਲ ਮਿਹਨਤ ਕੀਤੀ। ਪਹਿਲਾਂ ਮੈਂ ਦੁਆਬਾ ਯੂਥ ਪ੍ਰੈਜ਼ੀਡੈਂਟ ਕੰਮ ਕੀਤਾ। 2011 ਤੋਂ ਲਗਾਤਾਰ ਮੈਂ ਫਰੰਟ ਫੀਲਡ ਦੇ ਵਿੱਚ ਜਿਹੜਾ ਕੰਮ ਕਰ ਰਿਹਾ ਔਰ ਦਿਨ ਰਾਤ ਜਿਹੜਾ ਇਸ ਲਈ ਕੰਮ ਕਰ ਰਿਹਾ ਵੀ ਆਪਣਾ ਗਰੀਬ ਗੁਰਬੇ ਦੀ ਹੱਕ ਹਕੂਕ ਦੀ ਗੱਲ ਜਿਹੜੀ ਆ ਕਿਤੇ ਵਧੀਆ ਤਰੀਕੇ ਨਾਲ ਜਾ ਸਕੇ ਉੱਪਰ। ਬਹੁਤ ਵਧੀਆ ਚੱਲ ਰਿਹਾ ਸੀ। ਬਤੌਰ ਜ਼ਿਲ੍ਹਾ ਪ੍ਰਧਾਨ ਅਸੀਂ ਬਹੁਤ ਅੱਛਾ ਜਿਹੜਾ ਆ ਉਹ ਕੰਮ ਕਰ ਰਹੇ ਸੀ। ਬਲਾਕ ਸੰਮਤੀਆਂ ਵੀ ਜਿੱਤੀਆਂ, ਜ਼ਿਲ੍ਹਾ ਪਰਿਸ਼ਦ ਵੀ ਜਿੱਤੇ ਆ। ਕੁਛ ਸੀਟਾਂ ਹਲਕਿਆਂ ਦੇ ਵਿੱਚੋਂ ਜਦੋਂ ਹੋਏ ਇਲੈਕਸ਼ਨ, ਲੋਕ ਸਭਾ ਦੇ ਵਿੱਚ ਅਸੀਂ ਜਿਹੜੀ ਹੈ ਉਹ ਅੱਜ ਤੱਕ ਇੰਨੀ ਵੋਟ ਨਹੀਂ ਸੀ ਪਈ ਜਿੰਨੀ ਅਸੀਂ ਲੋਕ ਸਭਾ ਦੇ ਵਿੱਚ 19 ਦੇ ਵਿੱਚ ਵੋਟਾਂ ਪ੍ਰਾਪਤ ਕੀਤੀਆਂ। ਉਸ ਤੋਂ ਬਾਅਦ ਜਿਮਨੀ ਚੋਣ ਲੜਨ ਅਸੀਂ ਫਗਵਾੜਾ ਠੇਕੇਦਾਰ ਭਗਵਾਨ ਦਾਸ ਜੀ ਲੜੇ ਆ ਇਲੈਕਸ਼ਨ। ਅਸੀਂ ਮੇਰੀ ਡਿਊਟੀ ਨਾਲ ਉਹਨਾਂ ਦੇ ਲੱਗੀ, ਦਿਨ ਰਾਤ ਅਸੀਂ ਇੱਕ ਕੀਤਾ ਫਗਵਾੜੇ। ਤੇ ਹੋਇਆ ਕਿ ਜਿਮਨੀ ਚੋਣ ਮੁਕੇਰੀਆਂ ਵੀ ਚੱਲ ਰਹੀ ਸੀ, ਫਗਵਾੜੇ ਵੀ ਚੱਲ ਰਹੀ ਸੀ। ਇਹ ਪਹਿਲਾਂ ਪ੍ਰਧਾਨਗੀ ਰਹੀ ਹੈ ਰਛਪਾਲ ਸਿੰਘ ਰਾਜੂ ਜੀ ਦੀ, ਬਹੁਤ ਵਧੀਆ ਚੱਲਦਾ ਰਿਹਾ। ਫਿਰ ਜਦੋਂ ਪ੍ਰਧਾਨ ਆ ਗਏ ਜਸਵੀਰ ਸਿੰਘ ਗੜੀ ਜੀ, ਅਸੀਂ ਫਗਵਾੜੇ ਦੇ ਵਿੱਚ ਤਿਆਰੀ ਕਰ ਰਹੇ ਵਧੀਆ ਜਿਮਨੀ ਚੋਣ, ਪੂਰਾ ਜੀ ਜਾਨ ਲਾਇਆ ਹੋਇਆ। ਤੇ ਗੱਲਬਾਤ ਹੋ ਰਹੀ ਹੈ ਵੀ ਮੁਕੇਰੀਆਂ ਜਿਹੜਾ ਆ ਉਹ ਉੱਥੋਂ ਜਿਹੜੀ ਆ ਅਸੀਂ ਵੋਟ ਆਪ ਨੂੰ ਦੇ ਦੇਣੀ ਆ ਤੇ ਆਪ ਦੀ ਵੋਟ ਸਾਨੂੰ ਫਗਵਾੜਿਓਂ ਆ ਜਾਊਗੀ। ਤੇ ਸਾਨੂੰ ਲੱਗਿਆ ਵੀ ਚਲੋ ਬੰਦੇ ਨੂੰ ਜਿੱਤ ਚਾਹੀਦੀ ਆ, ਸਮਝੌਤਾ ਨੈਸ਼ਨਲ ਪਾਰਟੀ ਆ, ਪੰਜਾਬ ਦੇ ਪ੍ਰਧਾਨ ਇਹਨਾਂ ਨੇ ਕਿਸੇ ਤਰਕ ਤੇ ਕੀਤੀ ਹੋਊਗੀ ਗੱਲ। ਪਰ ਜਦੋਂ ਅਸੀਂ ਦੇਖਿਆ ਮੁਕੇਰੀਆਂ ਦੇ ਵਿੱਚ ਤਾਂ ਅਸੀਂ ਆਪ ਨੂੰ ਵੋਟ ਪਾ ਦਿੱਤੀ, ਉੱਥੇ ਦੇ ਸਾਡੇ ਵਰਕਰਾਂ ਨੇ ਇਹਨਾਂ ਨੇ ਪਵਾਤੀ ਕਹਿ ਕੇ ਮੁਕੇਰੀਆਂ 'ਚ ਸਮਝੌਤਾ ਹੋ ਗਿਆ ਆਪ ਦੇ ਨਾਲ, ਫਗਵਾੜੇ ਆਪ ਦੇ ਕੈਂਡੀਡੇਟ ਸਾਡੇ ਖਿਲਾਫ ਚੱਲੇ ਆ। ਹੁਣ ਮੇਰਾ ਤਾਂ ਇਹ ਸਵਾਲ ਸੀ ਪ੍ਰਧਾਨ ਜੀ ਨੂੰ, ਸਾਡੀ 6 ਮਹੀਨੇ ਅੰਦਰੋਂ ਅੰਦਰੀ ਗੱਲ ਚੱਲੀ ਹੈ ਵੀ ਮੈਂ ਕਿਹਾ ਪ੍ਰਧਾਨ ਜੀ ਅਸੀਂ ਮੁਕੇਰੀਆਂ ਤੋਂ ਵੋਟ ਅਸੀਂ ਉਹਨੂੰ ਦਿੱਤੀ ਹੈ, ਆਪ ਉਹਨੂੰ ਦੂਸਰੇ ਨੂੰ ਮੁਕੇਰੀਆਂ ਤੋਂ ਆਪ ਨੂੰ ਵੋਟ ਪਾਈ ਸਾਡੇ ਕੇਡਰ ਨੇ, ਤਾਂ ਉਹਨਾਂ ਨੇ ਸਾਨੂੰ ਫਗਵਾੜੇ ਕਿਉਂ ਨਹੀਂ ਪਾਈ? ਸਮਝੌਤੇ ਦੇ ਵਿੱਚ ਜਿੱਥੇ ਤੱਕ ਮੈਂ ਜਾਣਦਾ ਸਮਝੌਤੇ 'ਚ ਵੋਟ ਦੇ ਬਦਲੇ ਵੋਟ ਹੀ ਹੁੰਦੀ ਹੈ। ਹੁਣ ਜੇਕਰ ਉੱਥੇ ਉਹਨਾਂ ਨੇ ਸਾਨੂੰ ਵੋਟ ਨਹੀਂ ਪਾਈ ਫਗਵਾੜਿਓਂ, ਤਾਂ ਫਿਰ ਤੁਸੀਂ ਉੱਥੇ ਵੋਟ ਦੇ ਬਦਲੇ ਕੀ ਲਿਆ? ਸਾਡਾ ਤਾਂ ਸਿੰਪਲ ਜਿਹਾ ਸਵਾਲ ਸੀ, ਕਿਉਂਕਿ ਮੈਂ ਜ਼ਿਲ੍ਹਾ ਪ੍ਰਧਾਨ ਸੀ, ਮੇਰੇ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਵੀ ਮੇਰੇ ਡਿਸਟ੍ਰਿਕਟ ਦੇ ਵਿੱਚ ਜਿੱਥੋਂ ਅਸੀਂ ਲੋਕ ਸਭਾ 'ਚੋਂ 8000 ਵੋਟ ਪ੍ਰਾਪਤ ਕੀਤੀ ਹੋਵੇ ਉੱਥੇ ਵਿਰੋਧ ਵੀ ਹੋਇਆ। ਲੋਕਾਂ ਨੇ ਕਹਿੰਦੇ ਅਸੀਂ ਨਹੀਂ ਪਾਉਣੀ, ਇਹਨਾਂ ਨੇ ਧੱਕੇ ਦੇ ਨਾਲ ਉੱਥੇ ਕੀਤਾ। ਔਨ ਰਿਕਾਰਡ ਹੈ ਸਾਰਾ ਕੁਝ, ਮੈਂ ਤੁਹਾਨੂੰ ਉਹਦੀ ਫਾਈਲ ਵੀ ਸੈਂਡ ਕਰ ਦੂੰ। ਅਖਬਾਰਾਂ 'ਚ ਕਟਿੰਗਾਂ, ਮੀਟਿੰਗਾਂ ਸਾਂਝੀਆਂ ਹੋਈਆਂ। ਹੁਣ ਇਹ ਗੱਲਾਂ ਜਿਹੜੀਆਂ ਸਾਡੇ ਕੋਲੋਂ ਅਸੀਂ ਸੁਣਦੇ ਸੀਗੇ ਵੀ ਬਸਪਾ ਜਿੱਦਾਂ ਹੋ ਗਈ, ਪਰ ਜਦੋਂ ਅੱਖੀ ਦੇਖਿਆ ਉਹ ਬਰਦਾਸ਼ਤ ਤੋਂ ਸਾਡੇ ਬਾਹਰ ਹੋ ਗਿਆ। ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਸੀ ਵੀ ਬਸਪਾ ਨੇ ਮਤਲਬ ਇੰਨੀਆਂ ਘੱਟ, ਮੇਰਾ ਖਿਆਲ 20 ਸੀਟਾਂ ਦੇ ਉੱਤੇ ਸਮਝੌਤਾ ਕਰ ਰਿਹਾ, ਉਹ ਵੀ ਕੁਝ ਥੋੜਾ ਗਲਤ ਕੰਮ ਨਹੀਂ ਹੋਇਆ? ਦੇਖੋ ਸਮਝੌਤਾ ਜਿਹੜਾ ਆ ਉਹ ਸਮੇਂ ਦੀ ਲੋੜ ਸੀ, ਸਮਝੌਤਾ ਹੋਣਾ ਚਾਹੀਦਾ ਸੀ, ਪਰ ਸੀਟਾਂ ਘੱਟ, ਪਰ ਜਿਹੜਾ ਸੀਟਾਂ ਜਿਹੜਾ ਆ ਉਹ ਸੀਟਾਂ ਘੱਟ ਜਿਹੜੀਆਂ ਦਿੱਤੀਆਂ। ਕਿਉਂਕਿ ਜੇ ਬੀਜੇਪੀ 'ਚ ਦੇਖਿਆ ਜਾਏ ਤਾਂ ਬੀਜੇਪੀ ਦਾ ਸ਼ਹਿਰੀ ਆਧਾਰ ਸੀ, ਉਹਨੂੰ 20-23 ਦਿੰਦੇ, 23 ਤਾਂ ਉਹਨਾਂ ਨੂੰ ਵੀ ਦੇ ਦਿੰਦੇ ਸੀ। ਇਹ ਕਿਹੋ ਜਿਹਾ ਸਮਝੌਤਾ ਹੋਇਆ ਕਿ ਸੀਟਾਂ ਹੀ 20 ਦੇ ਉੱਤੇ ਹੀ ਸੰਤੋਖ ਕਰ ਲਿਆ? ਦੇਖੋ ਇਹੀ ਤਾਂ ਸਵਾਲ ਜਿਹੜੇ ਅਸੀਂ ਖੜੇ ਕੀਤੇ ਵੀ ਤੁਸੀਂ ਜਿਹੜਾ ਆ ਮਤਲਬ ਇੰਨੇ ਘੱਟ ਦੇ ਉੱਪਰ ਕਿਉਂ ਸਮਝੌਤਾ ਕਰ ਲਿਆ? ਔਰ ਸਮਝੌਤਾ ਚਲੋ ਜੇ 20 ਦੇ ਕਰ ਲਿਆ, ਅਸੀਂ ਚਲੋ ਕੌੜਾ ਘੁੱਟ ਕਰਕੇ ਉਹਨੂੰ ਵੀ ਇਹਨਾਂ ਨੇ ਕਿਹਾ ਵੀ ਮੰਨੋ, ਅਸੀਂ ਇੱਕ ਪੁਆਇੰਟ ਦੇ ਮੰਨਣ ਨੂੰ ਤਿਆਰ ਹੋ ਗਏ ਵੀ ਠੀਕ ਆ। ਪਰ ਜਦੋਂ 20 ਦੇ ਸਮਝੌਤਾ ਕੀਤਾ, ਜਿਹੜੀਆਂ ਸਾਡੀਆਂ ਬਸਪਾ ਦੀਆਂ ਵਿਨਿੰਗ ਸੀਟਾਂ ਸੀ ਉਹ ਲਈ ਕੋਈ ਨਹੀਂ। 19 ਦੇ ਵਿੱਚ ਅਸੀਂ ਮਿਹਨਤ ਕਰ ਰਹੇ ਹਾਂ, ਅਸੀਂ ਆਦਮਪੁਰ ਤੋਂ ਵਧੀਆ ਵੋਟ ਲੈ ਰਹੇ ਹਾਂ, ਅਸੀਂ ਫਲੋਰ ਤੋਂ ਵਧੀਆ ਵੋਟ ਲੈ ਰਹੇ ਹਾਂ, ਅਸੀਂ ਬੰਗਿਆਂ ਤੋਂ ਵਧੀਆ ਵੋਟ ਲੈ ਰਹੇ ਹਾਂ, ਸਾਡੇ ਟੌਪ ਦੇ ਹਲਕੇ ਆ ਚੱਬੇਵਾਲ ਤੋਂ ਅਸੀਂ ਵਧੀਆ ਵੋਟ ਲੈ ਰਹੇ ਹਾਂ, ਤੁਸੀਂ ਉਹ ਸੀਟਾਂ ਹੀ ਛੱਡ ਰਹੇ ਉਹਨਾਂ ਨੂੰ। ਹੁਣ ਜਿੱਥੋਂ ਸਾਡੀਆਂ ਵਿਨਿੰਗ ਸੀਟਾਂ ਜਿਹੜੀਆਂ, ਜੇ ਅਸੀਂ ਇੰਡੀਪੈਂਡੈਂਟ ਲੜਦੇ
ਤਾਂ ਅੱਜ ਦੀ ਡੇਟ 'ਚ ਸਾਡੀਆਂ ਜਿੱਤਾਂ ਡਿਕਲੇਅਰ ਹੋਣੀਆਂ ਸੀ। ਇੱਕ ਮੈਂ ਇਹ ਵੀ ਸੁਣਿਆ ਕਿ ਜਿਹੜੀਆਂ ਸੀਟਾਂ ਦੀ ਅਦਲਾ ਬਦਲੀ ਵੀ ਬਾਅਦ ਦੇ ਵਿੱਚ ਕਰ ਦਿੱਤੀ, ਉਹਦੇ ਨਾਲ ਵੀ ਡਿਮੋਰਲਾਈਜ਼ ਹੋਏ ਹੋਣਗੇ। ਦੇਖੋ ਬਹੁਤ ਜ਼ਿਆਦਾ ਡਿਮੋਰਲਾਈਜ਼ ਹੋਏ ਐ ਇਹਨਾਂ ਨੇ। ਜਿਹੜੀਆਂ 20 ਲਈਆਂ, ਮੈਂ ਉਹੀ ਲੱਗਿਆ ਨਾ ਗੱਲ ਕਰਨ, ਉਹਨਾਂ 20 ਦੇ ਉੱਪਰ ਵੀ ਇਹਨਾਂ ਨੇ ਆਪਣਾ ਕਾਡਰ ਨਹੀਂ ਲੜਾਇਆ। ਕੋਈ ਤੁਸੀਂ ਪੁਰਾਣੇ ਵਰਕਰ ਨੂੰ ਦੇ ਦਿਓ, ਕਿਸੇ ਜਨੂਨੀ ਨੂੰ ਦੇ ਦਿਓ, ਸਾਨੂੰ ਨਹੀਂ ਦੇਣੀਆਂ ਨਾ ਦਿਓ। ਤੁਸੀਂ ਜਿਹੜੇ ਵਿਚਾਰਿਆਂ ਨੇ ਉਮਰਾਂ ਲਾਤੀਆਂ ਉਹਨਾਂ ਨੂੰ ਲੀਡਰ ਬਣਾਓ। ਉਹ 20 ਸੀਟਾਂ ਤੋਂ ਵੀ 13 ਤੋਂ 14 ਜਿਹੜੇ ਉਹ ਅਕਾਲੀਆਂ ਦੇ, ਬੀਜੇਪੀ ਦੇ, ਮੌਜੂਦਾ ਪਾਰਟੀ ਦੇ ਵਿੱਚ ਅਹੁਦੇਦਾਰ ਬਸਪਾ ਜੁਆਇਨ ਕਰਕੇ ਰਾਤੀ ਜੁਆਇਨ ਕਰਦੇ, ਸਵੇਰੇ ਇਹਨਾਂ ਨੂੰ ਟਿਕਟ ਅਨਾਉਂਸ ਕਰ ਦਿੱਤੀ ਜਾਂਦੀ। ਤੇ ਇਹ ਜਿਹੜਾ ਸਾਰਾ ਜਿਹੜਾ ਵਿਰੋਧ ਰਿਹਾ ਇੱਕ ਬਸਪਾ ਦੇ ਵਿੱਚ ਇੱਕ ਬਾਗੀ ਜਿਹੜਾ ਧੜਾ, ਜੇ ਬਾਗੀ ਹੋ ਗਏ ਉਹ ਪੁਰਸ਼ੋਤਮ ਹੀਰ ਜੀ, ਫਿਰ ਹੁਣ ਅੱਗੇ ਕੀ ਵਿਕਲਪ ਆ? ਮਤਲਬ ਤੁਸੀਂ ਇਹ ਵੀ ਪਤਾ ਆ ਪਿੱਛੇ ਜ਼ਮੀਨ ਵੀ ਆ, ਸਾਰਾ ਕੁਝ ਦੇਖ ਰਿਹਾ, ਕਿਸਾਨੀ ਵੀ ਕਰਦੇ ਹੋ, ਕਈ ਕੁਝ ਕਰਦੇ ਹੋ, ਸਮਾਜ ਸੇਵਾ ਵੀ ਕਰਦੇ ਹੋ, ਔਰ ਰਿਲੀਜੀਅਸ ਵੀ ਤੌਰ ਤੇ, ਧਾਰਮਿਕ ਤੌਰ ਤੇ ਵੀ ਤੁਹਾਡਾ ਉੱਥੇ ਚੰਗਾ ਜਨਾਧਾਰ ਰਿਹਾ। ਹੁਸ਼ਿਆਰਪੁਰ ਜ਼ਿਲ੍ਹੇ 'ਚ ਪੂਰੇ 'ਚ ਹੀ ਲਿਆ ਰਿਹਾ। ਆਦਮਪੁਰ ਤੁਹਾਡਾ ਬੜਾ ਵਧੀਆ ਆਧਾਰ ਆ, ਚੱਬੇਵਾਲ 'ਚ ਤੁਹਾਡਾ ਆਧਾਰ ਆ, ਹੁਸ਼ਿਆਰਪੁਰ 'ਚ ਤੁਹਾਡਾ ਵੱਡਾ ਆਧਾਰ ਆ, ਤੇ ਕਿਸਾਨੀ ਸੰਘਰਸ਼ ਵਿੱਚ ਵੀ ਤੁਸੀਂ ਚੰਗਾ ਠੋਕ ਕੇ ਸਾਥ ਦਿੱਤਾ। ਤੇ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਤੁਸੀਂ ਕਿਸਾਨਾਂ ਦੇ ਨਾਲ ਰਲ ਕੇ ਕੁਝ ਕਰੋਗੇ, ਜਾਂ ਕੋਈ ਨਵੀਂ ਕੋਈ ਡਿਵੈਲਪਮੈਂਟ ਆ ਵੀ ਜਿਹੜੀ ਕਿ ਆਮ ਪਬਲਿਕ ਨੂੰ ਨਹੀਂ ਪਤਾ ਕਿ ਤੁਸੀਂ ਕੁਝ ਕਰੋਗੇ? ਨਹੀਂ ਦੇਖੋ, ਅਸੀਂ ਜਦੋਂ ਪੰਜਾਬ ਬਸਪਾ ਅਸੀਂ ਗਰੁੱਪ ਖੜਾ ਕੀਤਾ, ਸਾਰੇ ਸਾਥੀ ਜਿਹੜੇ ਆ ਜਿੰਨੇ ਵੀ ਨਾਰਾਜ਼ ਸੀਗੇ ਇਹਨਾਂ ਦੀਆਂ ਮਤਲਬ ਗਲਤ ਨੀਤੀਆਂ ਤੋਂ, ਉਹ ਸਾਰੇ ਇੱਕ ਐਂਗਲ ਤੇ ਇਕੱਠੇ ਹੋਏ। ਉਹ ਜਿਹੜਾ ਸਾਡਾ ਪੰਜਾਬ ਬਸਪਾ ਜਿਹੜਾ ਗਰੁੱਪ ਹੈ, ਉਸ ਗਰੁੱਪ ਨੇ ਬਾਕੀ ਟੀਮਾਂ ਦੇ ਨਾਲ ਸਮਝੌਤਾ ਕੀਤਾ। ਜਿਹੜਾ ਪੰਜਾਬ ਦੇ ਵਿੱਚ ਬਾਕੀ ਜਿਹੜੇ ਗਰੁੱਪ ਸੀਗੇ ਉਹ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਤੇ ਅਸੀਂ ਕਿਸਾਨਾਂ ਲਈ ਲੜੇ ਆ। ਜੋ ਕਿਸਾਨਾਂ ਦੇ ਨਾਲ ਹੋਇਆ ਅਸੀਂ ਉਹਨਾਂ ਦੇ ਮੰਚਾਂ ਤੇ ਵੀ ਬੋਲੇ ਆ, ਗਏ ਆ। ਸਾਡੀ ਲੜਾਈ ਜਿਹੜੀ ਕਿਸਾਨਾਂ ਦੀ ਲੜਾਈ ਨਹੀਂ ਸੀ, ਸਾਡੀ ਆਪਣੀ ਲੜਾਈ ਸੀ। ਅਸੀਂ ਮੂਹਰੇ ਹੋ ਕੇ ਬੋਲੇ ਵੀ ਆ, ਕੀਤਾ ਵੀ ਆ ਸਾਰਾ ਕੁਝ, ਕਿਉਂਕਿ ਇਹਨਾਂ ਨੇ ਤਾਂ ਘਾਣ ਜਿਹੜਾ, ਮੈਨੂੰ ਤਾਂ ਇਹ ਲੱਗਦਾ ਵੀ ਬੀਜੇਪੀ ਨੇ ਤਾਂ ਕੀਤਾ ਹੀ ਕੀਤਾ, ਅਕਾਲੀ ਦਲ ਵੀ ਉਨੀ ਜ਼ਿੰਮੇਵਾਰ ਹੈ, ਕਾਂਗਰਸ ਵੀ ਉਨੀ ਜ਼ਿੰਮੇਵਾਰ ਹੈ, ਔਰ ਜਿਹੜੀ ਆਪ ਪਾਰਟੀ ਗੱਲਾਂ ਕਰਦੀ ਇਹ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ। ਅੰਦੋਲਨ ਚੱਲਿਆ, ਕਿਸਾਨ ਗਰੀਬ ਜਿਹੜਾ ਵਿਚਾਰਾ ਮਜ਼ਦੂਰ ਜਿਹੜਾ ਆ ਉਹ ਸੜਕਾਂ ਤੇ ਬੈਠਾ ਰਿਹਾ ਪੂਰਾ 1 ਸਾਲ। ਜਿਹੜਾ ਉਹਨਾਂ ਨੇ ਆਪਣੇ ਤਨ ਦੇ ਉੱਪਰ ਧੁੰਦਾਂ, ਮੀਂਹ, ਹਨੇਰੀਆਂ ਹੰਡਾਈਆਂ, ਆਪਣੇ ਹੱਕਾਂ ਲਈ ਲੜੇ। ਔਰ ਅਸੀਂ ਜਿਹੜਾ ਸਾਡਾ ਜਿਹੜਾ ਆ, ਅਸੀਂ ਸਿੱਧਾ ਜਿਹੜਾ ਸਾਡੇ ਗਰੁੱਪ ਦਾ ਜਿਹੜਾ ਆ ਉਹ ਸੰਯੁਕਤ ਮੋਰਚੇ ਦੇ ਨਾਲ ਸਾਡਾ ਜਿਹੜਾ ਟਾਈ ਅਪ ਹੋਇਆ। ਅਸੀਂ ਇਕੱਠੇ ਹੋਏ ਸਾਰੇ ਕਿਸਾਨ ਤੇ ਮਜ਼ਦੂਰ। ਦੇਖੋ ਅਸੀਂ ਮੈਂ ਹੁਣ ਫਿਰ ਜਿਹੜੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਤੁਹਾਡੇ ਕੋਲ ਵੀ ਸੰਯੁਕਤ ਮੋਰਚੇ ਨਾਲ ਫਿਰ ਤੁਹਾਡੀ ਫਿਰ ਹੁਣ ਟਾਈ ਅਪ ਹੋ ਚੁੱਕਾ ਜਾਂ ਮਤਲਬ ਕੀ ਰਣਨੀਤੀ? ਸਾਡੇ ਪ੍ਰਧਾਨ ਜੀ ਗਰੁੱਪ ਦੇ, ਸਾਡੇ ਠੇਕੇਦਾਰ ਭਗਵਾਨ ਦਾਸ ਜੀ ਪ੍ਰਧਾਨ ਹੈ ਪੰਜਾਬ ਬਸਪਾ, ਰਛਪਾਲ ਰਾਜੂ ਜੀ ਚੇਅਰਮੈਨ ਹੈ, ਮਾਨਯੋਗ ਖੁਸ਼ੀ ਰਾਮ ਜੀ ਕਾਰਜਕਾਰਣੀ ਪ੍ਰਧਾਨ ਹੈਗੇ ਹੈ। ਖੁਸ਼ੀ ਰਾਮ ਜੀ ਨੂੰ ਉਹਨਾਂ ਨੇ ਆਪਣੀ ਚੋਣ ਮੈਨੀਫੈਸਟੋ ਕਮੇਟੀ ਦੇ ਵਿੱਚ ਰੱਖਿਆ, ਰਾਜੇਵਾਲ ਜੀ ਨੇ। ਰਛਪਾਲ ਰਾਜੂ ਜੀ ਨੂੰ ਸੰਯੁਕਤ ਸਮਾਜ ਮੋਰਚੇ 'ਚ, ਰਛਪਾਲ ਰਾਜੂ ਜੀ ਨੂੰ ਉਹਨਾਂ ਨੇ ਸਕੂਟਨੀ ਕਮੇਟੀ ਦੇ ਵਿੱਚ ਰੱਖਿਆ। ਤੇ ਇਤੋਂ ਤਾਂ ਕਲੀਅਰ ਹੈ ਵੀ ਆਪਾਂ ਮਤਲਬ ਜਿਹੜਾ ਆਪਾਂ ਰਲ ਕੇ ਜਿਹੜਾ ਆ ਕਿਸਾਨਾਂ ਦੇ ਨਾਲ ਅਸੀਂ ਰਲ ਕੇ ਜਿਹੜਾ ਆ ਉਹ ਫਾਈਟ ਕੰਟੈਸਟ ਕਰਾਂਗੇ। ਤਾਂ ਇਹਨਾਂ ਅਕਾਲੀਆਂ ਨੂੰ, ਇਹਨਾਂ ਕਾਂਗਰਸੀਆਂ ਨੂੰ, ਔਰ ਇਹ ਜਿਹੜੇ ਬੀਜੇਪੀ ਵਾਲੇ ਆ ਇਹਨਾਂ ਨੂੰ ਅਸੀਂ ਮੁੰਦੇ ਮੂੰਹ ਸਿੱਟਾਂਗੇ। ਤੁਹਾਡਾ ਚੰਗਾ ਜਨਤਕ ਆਧਾਰ ਹੁਸ਼ਿਆਰਪੁਰ ਦੇ ਵਿੱਚ ਵੀ ਆ, ਔਰ ਮੈਂ ਸੁਣਿਆ ਚੱਬੇਵਾਲ 'ਚ ਵੀ ਆ, ਔਰ ਇਹ ਤਾਂ ਮੈਨੂੰ ਆਪ ਹੀ ਪਤਾ ਕਿ ਆਦਮਪੁਰ ਤਾਂ ਤੁਹਾਡਾ ਹੋਰ ਵੀ ਵਧੀਆ ਆਧਾਰ ਆ। ਜੇ ਕਿਤੇ ਮੌਕਾ ਮਿਲਦਾ ਆ ਤਾਂ ਤੁਸੀਂ ਕਿੱਥੋਂ ਇਲੈਕਸ਼ਨ ਲੜਨੀ ਪਸੰਦ ਕਰੋਗੇ? ਦੇਖੋ ਅਸੀਂ ਤਾਂ ਅੰਦੋਲਨਕਾਰੀ ਹੈਗੇ ਆ, ਮਿਸ਼ਨਰੀ ਲੋਕ ਹੈਗੇ ਆ, ਗਰੀਬ ਗੁਰਬੇ ਦੇ ਹੱਕ ਦੀ ਆਵਾਜ਼ ਬੁਲੰਦ ਕਰਦੇ ਆ। ਜਿੱਥੋਂ ਸਾਨੂੰ ਪਾਰਟੀ ਮੌਕਾ ਦਿੰਦੀ ਹੈ, ਜਿੱਥੋਂ ਸਾਨੂੰ ਮੋਰਚਾ ਮੌਕਾ ਦਿੰਦਾ, ਜੇ ਮੋਰਚੇ ਦਾ ਆਦੇਸ਼ ਆ ਜਾਂਦਾ ਵੀ ਚੱਬੇਵਾਲ ਤੋਂ ਲੜੋ ਤਾਂ ਅਸੀਂ ਚੱਬੇਵਾਲ ਲਈ ਤਿਆਰ ਹੈ। ਜੇ ਮੋਰਚਾ ਆਦੇਸ਼ ਦੇ ਦਿੰਦਾ ਵੀ ਆਦਮਪੁਰੋਂ ਲੜੋ ਤਾਂ ਅਸੀਂ ਆਦਮਪੁਰ ਲਈ ਤਿਆਰ ਹੈ। ਜੇ ਮੋਰਚਾ ਕਹਿ ਦਿੰਦਾ ਵੀ ਹੈਲਪ ਕਰੋ ਤਾਂ ਅਸੀਂ ਹੈਲਪ ਕਰਨ ਲਈ ਤਿਆਰ ਹੈ। ਅਸੀਂ ਤਾਂ ਹੁਣ ਤਾਬੇਦਾਰ ਆ ਉਹਨਾਂ ਦੇ, ਅਸੀਂ ਪੂਰਾ ਰਲ ਕੇ ਜਿਹੜਾ ਅਸੀਂ ਲੜਾਈ ਲੜਾਂਗੇ। ਇਹ ਕੇਜਰੀਵਾਲ ਨੇ ਜਿਹੜੀ ਗੱਲ ਕਹੀ ਆ ਕਿ ਦੇਖੋ ਜੀ ਇਹ ਤਾਂ ਸੰਯੁਕਤ ਸਮਾਜ ਮੋਰਚੇ ਵਾਲੇ ਆਏ ਸੀ ਤੇ 60 ਸੀਟਾਂ ਮੰਗਦੇ ਸੀ, ਤਦ ਤੱਕ ਤਾਂ ਆਪਾਂ 90 ਤਾਂ ਡਿਕਲੇਅਰ ਕਰ ਚੁੱਕੇ ਸੀ ਤੇ ਇਸ ਕਰਕੇ ਸਾਡਾ ਕੋਈ ਤਣ ਪੱਤਨ ਨਹੀਂ ਲੱਗਾ। ਦੇਖੋ ਹਾਲਾਤ ਜਿਹੜੇ ਹੈ ਕਿਸਾਨਾਂ ਦੇ ਹੱਕ 'ਚ ਹੈ। ਪੰਜਾਬ ਦੀ ਕਿਸਾਨੀ ਜਿਹੜੀ ਹੈ, ਪੰਜਾਬ ਦਾ ਕਿਸਾਨ ਸੜਕਾਂ ਤੇ ਬੈਠਾ ਰਿਹਾ। ਸਾਰਾ ਜਿਹੜਾ ਕਿਸਾਨ ਹੈ ਲੋਕਾਂ ਦੇ ਵਿੱਚ ਇੱਕ ਛਵੀ ਬਣੀ ਹੋਈ ਹੈ, ਔਰ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਿਸਾਨਾਂ ਦਾ ਹੀ ਹੈ। ਤੇ ਜਿਹੜੀ ਅਸੀਂ ਜਿਹੜਾ ਆ ਅਸੀਂ ਮੋਰਚੇ ਦੇ ਤਹਿਤ ਅਸੀਂ ਸਰਕਾਰ ਵੀ ਬਣਾਉਣ ਜਾ ਰਹੇ ਹਾਂ। ਤੇ ਨੈਚੁਰਲੀ ਆ ਵੀ ਕੋਈ ਨਾ ਕੋਈ ਬਹਾਨੇਬਾਜ਼ੀਆਂ ਜਾਂ ਕੋਈ ਨਾ ਕੋਈ ਗੱਲਾਂ ਤਾਂ ਲੀਡਰ ਕਰਦਾ ਹੀ ਹੈ, ਤੇ ਉਹਦੇ ਬਾਰੇ ਜਿਹੜੀ ਹੈ ਉਹ ਆਪ ਹੀ ਹਾਈ ਕਮਾਂਡ ਜਿਹੜੀ ਹੈ ਸਪਸ਼ਟੀਕਰਨ ਦਊਗੀ। ਇਹ ਜਿਹੜੇ ਬਾਕੀ ਨਾ ਕੇਜਰੀਵਾਲ ਸਾਹਿਬ ਕੱਲ ਆਪ ਹੀ ਕਹਿ ਗਏ ਕਿ ਵੀ ਦੇਖੋ ਜੀ ਕਿਸਾਨ ਜੇ ਅਲੱਗ ਲੜਦੇ ਆ ਤੇ ਸਾਨੂੰ ਥੋੜਾ ਬਹੁਤਾ ਨੁਕਸਾਨ ਤਾਂ ਹੋਏਗਾ। ਇਹਨੂੰ ਕਿੱਦਾਂ ਵੇਖਦੇ ਹੋ ਵੀ ਜੇ ਉਹ ਆਪ ਹੀ ਮੰਨ ਰਹੇ ਆ ਤੇ ਲੱਗਦਾ ਸੰਯੁਕਤ ਸਮਾਜ ਮੋਰਚਾ ਫਿਰ ਇਹਨਾਂ ਨੂੰ ਥੋੜਾ ਬਹੁਤਾ ਠੋਕਾ ਲਾਏਗਾ? ਦੇਖੋ ਲੋਕ ਜਿਹੜੇ ਆ ਉਹ ਸਮਝ ਚੁੱਕੇ ਆ ਵੀ ਹੱਕਾਂ ਲਈ ਲੜਨਾ ਪੈਣਾ। ਹੱਕਾਂ ਲਈ ਕੌਣ ਲੜਿਆ? ਕਿਸਾਨ ਲੜੇ ਹੱਕਾਂ ਲਈ। ਮਜ਼ਦੂਰਾਂ ਦੇ ਹੱਕਾਂ ਲਈ ਕਿਸਾਨ ਲੜਿਆ, ਆਪਣੇ ਹੱਕਾਂ ਲਈ ਕਿਸਾਨ ਲੜੇ, ਲੋਕਾਂ ਲਈ ਕਿਸਾਨ ਲੜੇ, ਔਰ ਲੋਕਾਂ ਨੇ ਤਸਵੀਰ ਦੇਖ ਲਈ ਉਹ। ਤੇ ਦੂਸਰੀ ਗੱਲ ਤਾਂ ਕੋਈ ਰਹਿ ਨਹੀਂ ਜਾਂਦੀ
ਇਹ ਤਾਂ ਅੰਦਰਾਂ 'ਚ ਬੈਠ ਕੇ ਬੈਡਰੂਮਾਂ ਦੇ ਵਿੱਚੋਂ ਜਿਹੜੀਆਂ ਮਰਜ਼ੀ ਗੱਲਾਂ ਕਰੀ ਜਾਓ। ਆਉਂਦੇ ਆ ਵਧੀਆ ਮਹਿੰਗੇ ਹੋਟਲਾਂ 'ਚ ਰਹਿੰਦੇ ਆ, ਵਧੀਆ ਸ਼ਾਹੀ ਖਾਣੇ ਖਾਂਦੇ, ਸ਼ਾਹੀ ਕੰਮ ਕਰਦੇ ਆ। ਕਿਸਾਨ ਤਾਂ ਵਿਚਾਰਾ ਦਿਨ ਰਾਤ ਖੇਤਾਂ 'ਚ ਰਹਿੰਦਾ, ਫਸਲ ਬੀਜ ਕੇ ਫਿਰ ਅੰਦੋਲਨ 'ਚ ਕਦੀ ਮੰਡੀਆਂ 'ਚ ਰੁਲਦਾ, ਕਦੀ ਕਿਤੇ ਜਾਂਦਾ। ਸਾਨੂੰ ਪੁੱਛੋ ਸਾਡੇ ਹਾਲਾਤ ਕੀ ਹੈ। ਔਰ ਲੋਕ ਸਮਝ ਚੁੱਕੇ ਆ ਜੇ ਸਾਡਾ ਕਿਸੇ ਨੇ ਹੱਲ ਕਰਨਾ ਤਾਂ ਕਿਸਾਨ ਹੀ ਕਰਨਗੇ। ਅੱਛਾ, ਮੈਂ ਇੱਕ ਗੱਲ ਹੋਰ ਪੁੱਛਣੀ ਸੀ। ਵਰਿੰਦਰ ਪ੍ਰਹਾਰ ਨੂੰ ਇੱਥੇ, ਹਾਲਾਂਕਿ ਹੁਸ਼ਿਆਰਪੁਰ ਤੋਂ ਵੀ ਤੁਸੀਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਸੀ, ਉੱਥੋਂ ਭਗਵਾਨ ਸਿੰਘ ਚੌਹਾਨ ਦਾ ਨਾਂ ਵੀ ਸਾਹਮਣੇ ਨਹੀਂ ਆਇਆ, ਔਰ ਦੂਜਾ ਤੁਹਾਡਾ ਨਾਂ ਵਿੱਚ ਚੱਲਦਾ ਸੀ, ਕਿਉਂਕਿ ਹੁਸ਼ਿਆਰਪੁਰ 'ਚ ਵੀ ਤੁਹਾਡੀ ਬੜੀ ਪਕੜ ਸੀ। ਚਲੋ ਆਦਮਪੁਰ ਤੱਕ ਬਾਅਦ ਦੀ ਗੱਲ ਹੈ, ਹੁਸ਼ਿਆਰਪੁਰ 'ਚ ਵੀ ਚੰਗੀ ਪਕੜ ਸੀ। ਹੁਣ ਉੱਥੋਂ ਜਿਹੜੇ ਵਰਿੰਦਰ ਪ੍ਰਹਾਰ ਹੋਣੀ ਆ, ਉਹ ਕੀ ਲੱਗਦਾ ਅਕਾਲੀ ਦਲ ਨਾਲ ਰਲ ਕੇ ਕੋਈ ਟੱਕਰ ਦੇ ਪਾਉਣਗੇ ਕਿਸੇ ਪਾਰਟੀ ਨੂੰ, ਕਿ ਉਹ ਵੀ ਫਿਰ ਰੋਲ ਗਾਲੇ ਜਾਣਗੇ? ਨਹੀਂ, ਦੇਖੋ ਲੋਕਾਂ ਦੇ ਵਿੱਚ ਨਿਰਾਸ਼ਾ ਆ, ਕਿਉਂਕਿ ਜਿਹੜਾ ਬੰਦਾ ਲਗਾਤਾਰ ਫੀਲਡ 'ਚ ਵਿਚਰ ਰਿਹਾ, ਜਦੋਂ ਅਸਲ ਉਹਦਾ ਰਾਈਟ ਹੈ ਇਲੈਕਸ਼ਨ ਲੜਨਾ, ਉਹਦਾ ਰਾਈਟ ਹੈ ਲੋਕਾਂ ਦੀ ਗੱਲ ਜਿਹੜੀ ਹੈ ਉੱਥੇ ਅੰਦਰ ਤੱਕ ਜਾਣਾ, ਵਿਧਾਨ ਸਭਾ ਤੱਕ ਲੈ ਕੇ ਜਾਣੀ। ਹੁਣ ਆਪਾਂ ਗਲੀਆਂ 'ਚ ਜਿੰਨਾ ਮਰਜ਼ੀ ਰੌਲਾ ਪਾਈਏ, ਜਦੋਂ ਤੱਕ ਅਸੀਂ ਵਿਧਾਨ ਸਭਾ 'ਚ ਨਹੀਂ ਪਹੁੰਚਦੇ, ਲੋਕਾਂ ਦੀ ਗੱਲ ਨਹੀਂ ਰੱਖਦੇ, ਉਦੋਂ ਤੱਕ ਜਿਹੜਾ ਆ ਅਸੀਂ ਕੋਈ ਵੀ ਜਿਹੜਾ ਸੁਨੇਹਾ ਜਿਹੜਾ ਧੁਰ ਨਹੀਂ ਲਾ ਸਕਦੇ। ਹੁਣ ਜਦੋਂ ਤੁਸੀਂ ਜਿਹੜਾ ਬਾਹਰ ਘੁੰਮਦਾ ਫਿਰਦਾ ਆਦਮੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਤੁਸੀਂ ਕਹਿ ਦਿੱਤਾ ਵੀ ਆ ਜਾਓ ਜਿਹਨੇ ਇਲੈਕਸ਼ਨ ਲੜਨਾ, ਕੋਈ ਡੋਨੇਸ਼ਨ ਲੈ ਆਓ ਜਾਂ ਕੁਛ ਲੈ ਆਓ, ਤਾਂ ਮੈਨੂੰ ਲੱਗਦਾ ਬਈ ਉਹ ਲੋਕ ਜਿਹੜਾ ਉਹਨੂੰ ਕਦੀ ਵੀ ਨਹੀਂ ਮੰਨਣਗੇ। ਇੱਕ ਕਾਡਰ ਹੋਣ ਦੇ ਨਾਤੇ, ਇੱਕ ਬਸਪਾ ਮਜ਼ਬੂਤ ਜਿਹੜਾ ਮਿਸ਼ਨ ਹੋਣ ਦੇ ਨਾਤੇ ਲੋਕ ਇਮੋਸ਼ਨਲੀ ਨਾਲ ਚੱਲੇ ਉਹ ਤਾਂ ਹੈ, ਪਰ ਮੈਨੂੰ ਇਹ ਲੱਗਦਾ ਵੀ ਵੋਟ ਜਿਹੜੀ ਆ ਅਕਾਲੀ ਕਿਤੇ ਪਾ ਦੇਣਗੇ। ਬਸਪਾ ਵਾਲੇ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਪਾਉਣਗੇ, ਕਿਉਂਕਿ ਨਵਾਂ ਬੰਦਾ ਲਿਆ ਕੇ ਹਰ ਵਾਰੀ ਤੁਸੀਂ ਖੜਾ ਕਰ ਦਿੰਦੇ ਆ। ਇਤਿਹਾਸ ਭੁੱਲ ਲਓ, ਪਹਿਲਾਂ ਝੰਮੜ ਜੀ ਲੜੇ ਆ, ਸੰਧੂ ਜੀ ਲੜੇ ਆ, ਫਿਰ ਹੁਣ ਪ੍ਰਹਾਰ ਜੀ ਆ ਗਏ। ਯਾਰ ਸਟੇਬਲ ਲੀਡਰ ਹੀ ਨਹੀਂ ਹੈ ਕੋਈ। ਮਤਲਬ ਤੁਹਾਡੇ ਕਹਿਣ ਦਾ ਕਿ ਬਸਪਾ ਨੇ ਜਿਹੜਾ ਇਸ ਹਿਸਾਬ ਨਾਲ ਆਪਣੀ ਜਿਹੜੇ ਗਰਾਊਂਡ ਸਤਰ ਦੇ ਲੀਡਰ ਸੀ, ਮਿਹਨਤੀ ਔਰ ਇਮਾਨਦਾਰ ਲੀਡਰ ਸੀ, ਉਹਨਾਂ ਨੂੰ ਇਗਨੋਰ ਕਰਕੇ ਦੂਜੇ ਪਾਸੇ ਨੂੰ ਤੁਰ ਪਏ ਔਰ ਅਕਾਲੀਆਂ ਦੇ ਅੱਗੇ ਸਰੈਂਡਰ ਕੀਤਾ। ਇਗਨੋਰ ਕੀਤਾ। ਮਾਨਯੋਗ ਖੁਸ਼ੀ ਰਾਮ ਜੀ IAS ਰਿਟਾਇਰ ਇਲੈਕਸ਼ਨ ਲੜੇ, ਲੋਕ ਸਭਾ ਇਲੈਕਸ਼ਨ ਲੜੇ, ਪੂਰੀ ਵੋਟ ਲੈ ਕੇ ਗਏ ਠੋਕ ਕੇ, ਉਹਨਾਂ ਨੂੰ ਇਗਨੋਰ ਕੀਤਾ। ਮਾਨਯੋਗ ਠੇਕੇਦਾਰ ਭਗਵਾਨ ਦਾਸ ਜੀ ਪਹਿਲਾਂ ਸ਼ਾਮ 84 ਲੜੇ, ਫਿਰ ਫਗਵਾੜਾ ਜਿਮਨੀ ਲੜੇ, ਉਹਨਾਂ ਨੂੰ ਪਹਿਲਾਂ ਫਗਵਾੜਾ ਜਿਮਨੀ ਲੜਾਤਾ। ਹੁਣ ਜਦੋਂ ਅਸਲ ਇਲੈਕਸ਼ਨ ਲੜਨਾ ਸੀ ਉੱਥੇ ਆਪ ਚਲੇ ਗਏ ਪ੍ਰਧਾਨ ਜੀ। ਮਤਲਬ ਮਾਹੌਲ ਹੀ ਇਦਾਂ ਦਾ ਬਣਾਇਆ ਵੀ ਯੂਜ਼ ਕਰ ਰਹੇ, ਜਿਹੜਾ ਮਿਹਨਤੀ ਇਮਾਨਦਾਰ ਵਰਕਰ ਹੈ ਉਹਨੂੰ ਯੂਜ਼ ਕਰ ਰਹੇ। ਮੇਰੇ ਸ਼ਾਮ 84 ਤੋਂ ਜਿਹੜਾ ਆਪ ਚੋਂ ਆਇਆ ਉਹਨੂੰ ਟਿਕਟ ਦਿੱਤੀ ਹੈ, ਜਿਹੜਾ ਟਾਂਡੇ ਵਿੱਚ ਹੈਗਾ ਆ ਉਹ ਅਕਾਲੀ ਦਲ ਦਾ ਵਰਕਿੰਗ ਕਮੇਟੀ ਦਾ, ਉਹਨੂੰ ਟਿਕਟ ਦਿੱਤੀ ਹੈ, ਜਿਹੜਾ ਦਸੂਹੇ 'ਚ ਉਹ BJP ਤੋਂ ਆਇਆ ਉਹਨੂੰ ਟਿਕਟ ਦਿੱਤੀ ਹੈ। ਇਹ ਗੱਲਾਂ ਫਿਰ ਤੁਸੀਂ ਉੱਪਰ ਪਾਰਟੀ ਸੁਪਰੀਮੋ ਭੈਣ ਮਾਇਆਵਤੀ ਤੱਕ ਵੀ ਪਹੁੰਚਾਈਆਂ? ਅਸੀਂ ਦੇਖੋ ਜਿੰਨੀ ਸਾਡੀ ਪਹੁੰਚ ਸੀ ਉਹਨਾਂ ਨੂੰ, ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਵੀ ਹਾਈ ਕਮਾਂਡ ਨੂੰ ਗੁੰਮਰਾਹ ਕਰ ਰਹੇ। ਹਾਈ ਕਮਾਂਡ ਤੱਕ ਕੋਈ ਗੱਲ ਹੀ ਨਹੀਂ ਜਾਣ ਦੇ ਰਹੇ। ਹੁਣ ਮੈਨੂੰ ਸਮਝ ਨਹੀਂ ਲੱਗਦੀ ਵੀ ਮਤਲਬ ਇੱਕੋ ਹਲਕੇ 'ਚੋਂ 5-5 ਇੰਚਾਰਜ ਲਾਈ ਜਾ ਰਹੇ ਆ, 5-5 ਆਪਣੇ ਦੂਸਰੇ ਸਕੱਤਰ ਲਾਈ ਜਾ ਰਹੇ ਆ। ਵੀ ਦੱਸੋ ਐਡਾ ਪੰਜਾਬ ਹੈ, ਹੋਰ ਟੀਮਾਂ ਹੈ ਨਹੀਂ, ਤੁਸੀਂ ਬਾਡੀ ਮੇਨਟੇਨ ਕਰਨੀ ਕਿਸੇ ਤਰੀਕੇ ਨਾਲ ਕਰੋ। ਓਵਰਆਲ ਜੇ ਦੇਖਿਆ ਜਾਏ ਤੇ ਫਿਰ ਤੁਸੀਂ ਇਹਦਾ ਮਤਲਬ ਫਿਰ ਤੁਹਾਡੀ ਫਾਈਟ ਫਿਰ ਕਾਂਗਰਸ ਨਾਲ ਦੇਖਦੇ ਹੋ ਮੇਨ, ਜਾਂ ਆਮ ਆਦਮੀ ਪਾਰਟੀ ਨਾਲ ਦੇਖਦੇ ਹੋ? ਦੇਖੋ ਅਸੀਂ ਜਿਹੜਾ ਆ, ਅਸੀਂ ਲੋਕ ਜਿਹੜੇ ਆ ਪਿੰਡਾਂ ਦੇ ਲੋਕ ਹੈ, ਸਾਡਾ ਗਰੀਬ ਗੁਰਬਾ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹ ਅੰਦੋਲਨਕਾਰੀਆਂ ਨੂੰ ਸਮਝ ਚੁੱਕਾ ਵੀ ਸਾਡੀ ਲੜਾਈ ਕੌਣ ਲੜੂਗਾ। ਅਸੀਂ ਉਹਨਾਂ ਦੀ ਲੜਾਈ ਜਿਹੜੀ ਗਰਾਊਂਡ ਤੇ ਲੜਦੇ ਆ। ਮੈਦਾਨ ਦੇ ਵਿੱਚ ਜਿਹੜਾ ਆ ਲੋਕ ਉਡੀਕ ਰਹੇ ਆ ਵੀ ਕਿਹੜੇ ਵੇਲੇ ਸਾਡਾ ਕੈਂਡੀਡੇਟ ਮੋਰਚੇ ਵਾਲੇ ਅਨਾਉਂਸ ਕਰਨ ਤੇ ਅਸੀਂ ਜਿਹੜਾ ਫਟਾਫਟ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਜਾਈਏ। ਤੁਸੀਂ ਪ੍ਰਸ਼ੋਤਮ ਜੀ ਸਾਡੇ ਨਾਲ ਇਹ ਸੀ ਪ੍ਰਸ਼ੋਤਮ ਹੀਰ ਜੀ, ਜ਼ਿਲ੍ਹਾ ਪ੍ਰਧਾਨ ਪੰਜਾਬ ਬਸਪਾ ਔਰ ਸਾਬਕਾ ਜ਼ਿਲ੍ਹਾ ਪ੍ਰਧਾਨ ਬਸਪਾ ਦੇ, ਮਿਹਨਤੀ ਨੇ ਕਾਫੀ। ਰਾਜੂ ਜੀ ਨਾਲ ਜ਼ਿਲ੍ਹਾ ਪ੍ਰਧਾਨ ਸਾਬਕਾ ਨਾਲ ਇਹਨਾਂ ਨੇ ਕਾਫੀ ਦੇਰ ਕੰਮ ਕੀਤਾ ਔਰ ਕਾਫੀ ਮਿਹਨਤ ਨਾਲ ਕੰਮ ਕੀਤਾ, ਔਰ ਹੁਣ ਲੱਗਦਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਵੀ ਅੱਖ ਇਹਨਾਂ ਉੱਤੇ ਲੱਗੀ ਹੋਈ ਹੈ। ਔਰ ਜੇ ਇਹਨਾਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਹਲਕੇ ਤੋਂ ਟਿਕਟ ਮਿਲਦੀ ਹੈ ਤਾਂ ਮੇਰਾ ਖਿਆਲ ਆ, ਤੁਸੀਂ ਪਿੱਛੇ ਵੀ ਦੇਖ ਰਹੇ ਹੋ ਬੈਕਗਰਾਊਂਡ, ਮਿਹਨਤੀ ਕਿਸਾਨ ਨੇ, ਇਹਨਾਂ ਦੇ ਘਰ ਦੇ ਵਿੱਚ ਹੀ ਨਾਲ ਹੀ ਇਹਨਾਂ ਦੇ ਆਪਣੇ ਖੇਤ ਨੇ, ਔਰ ਵਧੀਆ ਸੋਬਰ ਕਿਸਮ ਦੇ ਇੰਟੈਲੀਜੈਂਟ ਸੈਂਸਿਟਿਵ ਪਰਸਨ ਨੇ। ਕਦੀ ਕੋਈ ਕਿਸੇ ਤੋਂ ਵੱਧ ਘੱਟ ਕੇ ਨਾਲ ਗੱਲ ਨਹੀਂ ਕੀਤੀ, ਕੋਈ ਕਲੇਸ਼ ਨਹੀਂ, ਔਰ ਮਿਹਨਤੀ ਹੀਰਾ ਇੱਕ ਇਹਨਾਂ ਨੇ ਬਸਪਾ ਵਾਲਿਆਂ ਨੇ ਗਵਾਲਿਆ। ਔਰ ਇਹਨਾਂ ਦੀ ਖੁਸ਼ਕਿਸਮਤੀ ਵੀ ਕਹੀ ਜਾ ਸਕਦੀ ਹੈ ਮੇਰੇ ਹਿਸਾਬ ਨਾਲ ਕਿ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨਾਲ ਰਲ ਗਏ ਆ ਔਰ ਨੀਅਤ ਕਿੰਨੀ ਸਾਫ਼ ਰੱਖੀ ਕਿ ਟਿਕਟ ਮਿਲਦੀ ਹੈ ਤੇ ਠੀਕ ਹੈ, ਨਹੀਂ ਤਾਂ ਫਿਰ ਕਿਸਾਨਾਂ ਦੇ ਨਾਲ ਤਾਂ ਆਪਾਂ ਫਿਰ ਵੀ ਹੈਗੇ ਹੀ ਹਾਂ ਵੀ ਉਹਨਾਂ ਦੀ ਮਦਦ ਕਰਾਂਗੇ। ਔਰ ਜੇ ਇਹਨਾਂ ਨੂੰ ਟਿਕਟ ਮਿਲਦੀ ਹੈ ਤੇ ਇਹ ਆਦਮਪੁਰ ਤੋਂ ਮਿਲ ਗਈ ਤਾਂ ਫਿਰ ਤਾਂ ਚੰਨੀ ਸਾਹਿਬ ਬਾਰੇ ਵੀ ਕਿਹਾ ਜਾ ਰਿਹਾ ਕਿ ਉਹ ਵੀ ਉੱਥੋਂ ਲੜਨਗੇ। ਤੇ ਇਹ ਤਾਂ ਘਬਰਾਉਣ ਵਾਲੇ ਹੈ ਨਹੀਂ, ਕਹਿੰਦੇ ਪਿੰਡਾਂ ਦੇ ਵਿੱਚ ਸਾਡੀਆਂ ਜੜ੍ਹਾਂ ਹੈਗੀਆਂ, ਸਾਨੂੰ ਪਤਾ ਕਿੱਥੇ ਕਿੱਥੇ ਜੜ੍ਹਾਂ ਆ ਔਰ ਜ਼ਬਰਦਸਤ ਟੱਕਰ ਦੇਵਾਂਗੇ। ਅਕਾਲੀ ਦਲ ਦੇ ਬਾਰੇ ਤਾਂ ਇਹਨਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਉਹ ਸਾਡੀ ਰੇਂਜ ਵਿੱਚ ਹੈ ਹੀ ਨਹੀਂ, ਉਹ ਪਰੇ ਪਰੇ ਹੀ ਹੈ। ਜੇ ਟੱਕਰ ਪਈ ਤਾਂ ਇਹ ਆਮ ਆਦਮੀ ਪਾਰਟੀ ਨਾਲ ਪਏਗੀ, ਔਰ ਉਹ ਸ਼ਹਿਰਾਂ ਨਾਲ ਜੁੜੀ ਹੈ। ਕਿਸਾਨਾਂ ਦੀ ਵੋਟ ਜਿਹੜੀ ਆ ਉਹ ਸਾਰੀ ਨੈਚੁਰਲੀ ਸੰਯੁਕਤ ਮੋਰਚੇ ਦੇ ਜਿਹੜੇ ਕਿਸਾਨ ਹੈਗੇ ਆ ਉਹ ਤਾਂ ਉਹਨੂੰ ਵੋਟ ਪਾਉਣਗੇ, ਚਾਹੇ ਜਥੇਬੰਦੀਆਂ ਕੁਝ ਇਤਰਾਜ਼ ਕਰ ਵੀ ਦੇਣ ਬਾਵਜੂਦ ਇਹਦੇ। ਉਹ ਆਪਣੀ ਜਿਹੜੀ ਖਾਸ ਤੌਰ 'ਤੇ ਬਲਵੀਰ ਸਿੰਘ ਰਾਜੇਵਾਲ ਆ, ਉਹਨਾਂ ਦਾ ਨਾਂ ਤਾਂ ਬੱਚੇ ਦੀ ਜ਼ੁਬਾਨ ਦੇ ਉੱਤੇ ਹੈ ਹੀ ਹੈ।
ਔਰ ਮੇਰਾ ਖਿਆਲ ਹੈ ਵੀ ਜਿਸ ਤਰ੍ਹਾਂ ਨੌਜਵਾਨ ਆਗੂ ਆ ਔਰ ਨੌਜਵਾਨ ਜਿੰਨਾ ਇਹਨਾਂ ਦੇ ਪਿੱਛੇ ਆ, ਵੱਡੀਆਂ ਵੱਡੀਆਂ ਬਸਪਾ ਦੀਆਂ ਰੈਲੀਆਂ ਕਰਾਉਣ 'ਚ ਵੀ ਕਾਮਯਾਬ ਰਹੇ ਆ ਔਰ ਹਰ ਧਾਰਮਿਕ ਸੰਸਥਾ ਧਾਰਮਿਕ ਸਮਾਗਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਔਰ ਹੁਣ ਆਉਣ ਵਾਲਾ ਟਾਈਮ ਦੇਖਾਂਗੇ ਕਿ ਜੇ ਸੰਯੁਕਤ ਮੋਰਚੇ ਨੇ ਇਹਨਾਂ ਨੂੰ ਕਿਤੇ ਟਿਕਟ ਐਲਾਨ ਦਿੱਤੀ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਤੇ ਕਈ ਥਾਵਾਂ ਤੇ ਜਿੱਥੋਂ ਇਹ ਲੜਨਗੇ ਸਮੀਕਰਨ ਤਾਂ ਬਦਲਣਗੇ ਹੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਥੈਂਕ ਯੂ, ਧੰਨਵਾਦ ਜੀ ਦੇਸ਼ ਜੀ, ਤੁਹਾਡਾ ਧੰਨਵਾਦ ਬਹੁਤ ਬਹੁਤ।